ਗੁਰੂ ਨਾਨਕ ਪਦ ਪੰਕਜ ਬੰਦਨਾ ਪੰਕਜ ਬੰਦਨਾ ਸਿਮਰੋ ਅੰਗਦ ਦੁਰਖ ਨਿਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹਾਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਏ ਦੋਹਰਾ ਏਕ ਸਮਤ ਲਰਤੇ ਰਹੇ ਪੁਨ ਭਏ ਲਚਾਰੀ ਮਿਲਨ ਹੇਤ ਕਰ ਤਰਾਸ ਕੋ ਬਾਤੈ ਵਿੱਚ ਡਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਿਸ ਵੇਲੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀਵਾੜੇ ਤੋਂ ਚੱਲ ਕੇ ਪੈਂਡਾ ਤੈਅ ਕਰਦੇ ਹੋਏ ਜਗਰਾਵਾਂ ਦੇ ਇਲਾਕੇ ਵਿੱਚ ਗਏ ਅਤੇ ਰਾਏ ਕੋਟ ਦਾ ਰਾਏ ਕੱਲਾ ਮਿਲਿਆ ਔਰ ਉਹ ਆਪਣੇ ਰਾਜ ਵਿੱਚ ਲੈ ਗਿਆ ਔਰ ਸਤਿਗੁਰਾਂ ਨੂੰ ਉਤਾਰਾ ਕਰਾਇਆ। ਸਤਿਗੁਰਾਂ ਨੇ ਰਾਜੇ ਦੀ ਡਿਊਟੀ ਲਾਈ ਹੈ। ਕੋਈ ਮਨੁੱਖ ਭੇਜ ਆਪਣੇ ਦੋ ਸਾਹਿਬਜ਼ਾਦੇ ਅਤੇ ਮਾਤਾ ਜੀ ਵਿਛੜ ਗਏ ਹਨ, ਪਤਾ ਕਰੋ ਕਿੱਧਰ ਨੂੰ ਗਏ। ਮਾਹੀ ਨੂੰ ਭੇਜਿਆ ਜਾਂਦਾ ਹੈ ਅਤੇ ਇੱਧਰ ਪਾਤਸ਼ਾਹ ਜੀ ਦੇ ਨਾਲ ਰਾਏ ਕੱਲੇ ਦੀਆਂ ਸਿਫਤਾਂ ਕਰਦੇ। ਉਹਦੇ ਵਜ਼ੀਰ ਕਹਿਣ ਲੱਗੇ ਸਾਡਾ ਰਾਜਾ ਬੜਾ ਚੰਗਾ ਹੈ ਜੀ, ਗਊ ਗਰੀਬ ਦੀ ਰਕਸ਼ਾ ਕਰਨ ਵਾਲਾ ਹੈ। ਨੇੜੇ ਪਿੰਡ ਹੈ ਇੱਕ, ਉੱਥੇ ਲੋਕ ਗਊਆਂ ਦਾ ਕਤਲ ਕਰਦੇ ਸਨ ਤਿਹਾੜੇ ਪਿੰਡ ਵਿੱਚ, ਅਤੇ ਜਾ ਕੇ ਉਹਨਾਂ ਨੂੰ ਰੋਕਣਾ ਕੀਤਾ। ਨਾ ਰੁਕੇ ਤਾਂ ਉਹਨਾਂ ਨਾਲ 1 ਸਾਲ ਜੰਗ ਚੱਲਦਾ ਰਿਹਾ, ਲੜਾਈ ਚੱਲਦੀ ਰਹੀ ਔਰ ਰਾਜੇ ਨੇ ਕਹਿੰਦੇ ਘੇਰਾ ਪਾ ਲਿਆ, ਨਾ ਕੋਈ ਅੰਦਰੋਂ ਬਾਹਰ ਜਾਣ ਦਿੱਤਾ, ਨਾ ਬਾਹਰਲਾ ਅੰਦਰ ਜਾਣ ਦਿੱਤਾ। ਅਖੀਰ ਉਹਨਾਂ ਦੇ ਕੁਝ ਮੋਹਤਵਾਰ ਬੰਦੇ ਬਾਹਾਂ ਖੜੀਆਂ ਕਰਕੇ ਬਾਹਰ ਨਿਕਲੇ, ਰਾਜੇ ਨਾਲ ਗੱਲਬਾਤ ਕਰਨ ਆਏ ਅਤੇ ਉਹ ਪੁੱਛਣ ਲੱਗੇ ਵੀ ਤੁਸੀਂ ਕਿਉਂ ਲੜਦੇ ਹੋ, ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ। ਰਾਜਾ ਕਹਿੰਦਾ ਵੀ ਮੈਂ ਗਊ ਗਰੀਬ ਦੀ ਰਕਸ਼ਾ ਕਰਨੀ ਹੈ, ਮੈਂ ਤੁਹਾਨੂੰ ਗਊਆਂ ਨਹੀਂ ਮਾਰਨ ਦੇਣੀਆਂ, ਇਸ ਕਰਕੇ ਮੈਂ ਲੜਦਾ ਹਾਂ। ਤੁਸੀਂ ਗਊਆਂ ਮਾਰਨੀਆਂ ਬੰਦ ਕਰੋ। ਉਹ ਕਹਿਣ ਲੱਗੇ ਬੰਦ ਕਰ ਦਿਆਂਗੇ। ਰਾਜਾ ਕਹਿੰਦਾ ਲਿਖ ਕੇ ਦਿਓ, ਇੱਦਾਂ ਨਹੀਂ ਗੱਲ ਬਣਨੀ। ਫਿਰ ਉਹਨਾਂ ਕੋਲੋਂ ਲਿਖਵਾਉਂਦਾ ਰਾਜਾ। ਇਹ ਵਿਚਾਰਾਂ ਕੱਲ੍ਹ ਆਪਾਂ ਸਰਵਣ ਕਰ ਰਹੇ ਸੀ। ਆਓ ਇਹਨਾਂ ਵਿਚਾਰਾਂ ਨੂੰ ਅੱਗੇ ਆਰੰਭ ਕਰਕੇ ਸਰਵਣ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਇੱਕ ਸਮਤਾ ਲੜਤੇ ਰਹੇ ਪੁਨ ਭਏ ਲਚਾਰੀ। ਤਾਂ ਵਜ਼ੀਰ ਰਾਜੇ ਦੇ ਬੰਦੇ ਕਹਿਣ ਲੱਗੇ ਜੀ 1 ਸਾਲ ਪਰ ਤਿਹਾੜੇ ਪਿੰਡ ਦੇ ਲੋਕਾਂ ਨਾਲ ਲੜਾਈ ਚੱਲਦੀ ਰਹੀ, ਅਖੀਰ ਉਹ ਹਾਰ ਗਏ ਜੀ।
ਕਰ ਤਰਾਸ ਕਾ ਬਾਤੈ ਵਿੱਚ ਡਰੀ। ਅਖੀਰ ਡਰ ਗਏ ਤੇ ਡਰਦਿਆਂ ਹੋਇਆਂ ਨੇ ਕੁਝ ਮੋਹਤਵਾਰ ਬੰਦਿਆਂ ਨੂੰ ਵਿਚੋਲੇ ਪਾਇਆ, ਵਿੱਚ ਪਾਇਆ ਹੈ ਜੀ। ਕਹੋ ਰਾਏ ਤਮ ਕਹਿਆ ਲਰੋ ਕੁਛ ਲੈਣ ਨ ਦੇਣਾ। ਔਰ ਉਹਨਾਂ ਨੇ ਆ ਕੇ ਪੁੱਛਿਆ ਰਾਏ ਕੱਲੇ ਨੂੰ, ਵੀ ਤੁਸੀਂ ਕਿਉਂ ਲੜਦੇ ਹੋ ਇਸ ਪਿੰਡ ਵਾਲਿਆਂ ਨਾਲ? ਕੀ ਤੁਹਾਡੀ ਲੜਾਈ ਝਗੜਾ ਹੈ ਸਾਡੇ ਨਾਲ? ਸਾਡਾ ਕੋਈ ਲੈਣ ਦੇਣ ਨਹੀਂ ਹੈ ਆਪਸ ਮੇਂ। ਨਾਹਿਕ ਬਿਨਸਾ ਆਦਮੀ ਦੋਹੇ ਦਿਸ ਕੀ ਸੈਨਾ। ਬਿਨਾਂ ਲੋੜ ਤੋਂ ਬਿਨਾਂ ਗੱਲ ਤੋਂ ਤੁਸੀਂ ਦੋਨੇ ਧਿਰਾਂ ਦੀ, ਭਾਵ ਸਾਡੇ ਵੀ ਤੇ ਤੁਹਾਡੇ ਵੀ, ਬਹੁਤ ਬੰਦੇ ਮਾਰੇ ਗਏ ਜੀ। ਕਹਿਆ ਗੋਬਦ ਤਜਾ ਇਸ ਕਾਰਜ ਹੇਤਾ। ਕਹਿੰਦਾ ਮੇਰਾ ਇੱਕੋ ਹੀ ਮਤਲਬ ਹੈ ਕਿ ਤੁਸੀਂ ਗਊਆਂ ਮਾਰਨੀਆਂ ਬੰਦ ਕਰੋ। ਮੈਂ ਖਰਚਿਓ ਲੱਖੋਂ ਦਰਬਾਰਨ ਰੋਸ ਸਮੇਤਾ। ਔਰ ਮੈਂ ਇਸ ਰੋਸ ਕਰਕੇ ਲੱਖਾਂ ਧਨ ਖਤਮ ਕਰ ਲਿਆ, ਮੇਰਾ ਖਰਚਾ ਵੀ ਹੋਇਆ ਤੇ ਮੇਰੇ ਬੰਦੇ ਵੀ ਮਾਰੇ ਗਏ। ਸੋਨਾ ਬੋਲੇ ਲਾਚਾਰ ਹੋਏ ਹਮਨੇ ਅਬਮਾਨੀ। ਔਰ ਉਹ ਮੋਹਤਵਾਰ ਬੰਦੇ ਜੋ ਵਿਚਾਲੇ ਪਏ ਸੀ ਕਹਿੰਦੇ ਠੀਕ ਹੈ ਰਾਜਾ ਸਾਹਿਬ, ਅਸੀਂ ਇਦੋਂ ਬਾਅਦ ਗਊਆਂ ਨਹੀਂ ਮਾਰਦੇ। ਆਗੇ ਨਹਿ ਗੋਵਦਾ ਕਰ ਹੈ ਸੱਚ ਲੀਜਹ ਜਾਨੀ। ਸੱਚੀ ਗੱਲ ਮੰਨੋ ਸਾਡੀ ਕਿ ਅਸੀਂ ਇਸ ਤੋਂ ਬਾਅਦ ਗਊਆਂ ਨਹੀਂ ਮਾਰਦੇ। ਰਾਏ ਕਹਿ ਦੇਹ ਜਾਮਨੀ ਤਮ ਕੋ ਤਬ ਤਿਆਗੋ। ਰਾਜਾ ਕਹਿੰਦਾ ਵੀ ਠੀਕ ਹੈ, ਮੈਨੂੰ ਜਾਮਨੀ ਦਿਓ, ਲਿਖ ਕੇ ਦਿਓ। ਨਾਹੀਂ ਤੈ ਕਰਕੇ ਜੰਗ ਬਲ ਬਾਟਨ ਸਭ ਲਾਗੋ। ਨਹੀਂ ਤਾਂ ਮੈਂ ਤੁਹਾਨੂੰ ਛੱਡਾਂਗਾ ਨਹੀਂ। ਰਾਜੇ ਨੇ ਉਹਨਾਂ ਨੂੰ ਫਿਰ ਡਰਾਉਂਦੇ ਹੋਏ ਕਿਹਾ, ਬੇਨ ਬੇਨ ਸਭ ਕੋ ਹਤੋ ਜਰ ਖੋਜ ਮਿਟਾਵੋ। ਮੈਂ ਤੁਹਾਨੂੰ ਚੁਣ ਚੁਣ ਕੇ ਮਾਰ ਦਿਆਂਗਾ, ਤੁਹਾਡੀ ਜੜ ਖਤਮ ਕਰ ਦੂੰਗਾ। ਬਾਹਰ ਕਰੈ ਨਹਿ ਪਾਪ ਇਮ ਆਸ ਪਰਖ ਬਸਾਵੋ। ਔਰ ਮੈਂ ਇੱਥੇ ਇਹੋ ਜਿਹਾ ਬੰਦਾ ਵਸਾ ਦਿਆਂਗਾ ਲਿਆ ਕੇ ਇਸ ਪਿੰਡ ਵਿੱਚ, ਤੁਸੀਂ ਗਾਂ ਨਹੀਂ ਮਾਰ ਸਕੋਗੇ। ਅੰਤਰ ਕੇ ਤਰਾਸ ਧਰ ਕੋ ਜਾਮਨ ਹੋਵੇ। ਹਾਂ, ਤੇ ਅੰਦਰਲਿਆਂ ਨੂੰ ਕਹਿਣ ਲੱਗੇ ਵੀ ਜੇ ਤੁਸੀਂ ਡਰਦੇ ਹੋ ਮੈਥੋਂ, ਗੱਲ ਮੰਨਦੇ ਹੋ ਮੇਰੀ, ਤਾਂ ਫਿਰ ਜਾਮਨੀ ਦਿਓ। ਵਿੱਚ ਆਨ ਖਲੋਵੇ। ਇਹ ਗੱਲ ਹੋਈ ਬਈ ਸਾਨੂੰ ਜਾਮਨੀ ਦਿਓ, ਤੇ ਫਿਰ ਕੀ ਹੋਇਆ? ਅਪਰ ਨਹੀਂ ਲਿਖਿਅਤ ਇਹਾ ਹਮ ਸਕਲ ਵਿਚਾਰੇ। ਪਰ ਮੈਨੂੰ ਲੱਗਦਾ ਕਿ ਇੱਥੇ ਤੁਹਾਡੇ ਤੇ ਵਿੱਚੋਂ ਕੋਈ ਵੀ ਜਾਮਨੀ ਦੇਣ ਵਾਲਾ ਨਹੀਂ ਹੈਗਾ। ਵਹ ਦਰਿਆ ਹੈ ਵਿੱਚ ਆਏ ਹਮਾਰੇ। ਤਾਂ ਕਹਿਣ ਲੱਗੇ ਜੀ ਜਿਵੇਂ ਲੋਕ ਨਾ ਪੁਰਾਣੇ ਸਮਿਆਂ ਵਿੱਚ ਪਾਣੀ ਦੀ ਚੋਲੀ ਭਰ ਕੇ ਸਹੁੰ ਪਾਇਆ ਕਰਦੇ ਸੀ, ਕਹਿੰਦੇ ਸਾਡੇ ਤੇ ਤੁਹਾਡੇ ਵਿਚਾਲੇ ਸਤਲੁਜ ਦਰਿਆ ਹੈ। ਲੀਜੈ ਜਾਮਨੀ ਚਲੀਐ ਤਿਸ ਤੀਰਾ। ਚਲੋ ਅਸੀਂ ਜਲਦੀ ਸਹੁੰ ਪਾਉਣੇ ਆ। ਪਹਿਲਾ ਪਾਣੀ ਪਿਤਾ ਹੈ, ਪਹਿਲਾ ਪਾਣੀ ਜੀਓ ਹੈ। ਇਸ ਤਰ੍ਹਾਂ ਕਰਕੇ ਪਾਣੀ ਦੀ ਬੜੀ ਮਹਿਮਾ ਹੈ। ਪਾਣੀ ਤੋਂ ਆਪਾਂ ਸਾਰੇ ਪੈਦਾ ਹੋਏ ਹਾਂ, ਇਸ ਕਰਕੇ ਇੱਥੇ ਪਾਣੀ ਦੀ ਮਹਿਮਾ ਚੋਲੀ ਭਰ ਕੇ ਜਿਹੜੀ ਸਹੁੰ ਪਾਉਂਦੇ ਸੀ ਨਾ, ਉਹ ਅਸਲ ਵਿੱਚ ਪਿਓ ਦੀ ਕਸਮ ਜਾਂ ਪਾਣੀ ਦੀ ਕਸਮ ਪਾਈ ਜਾਂਦੀ ਸੀ। ਖੈਰ ਕਹਿਣ ਲੱਗੇ ਚਲੋ ਜੇ ਨਹੀਂ ਮੰਨਦੇ, ਦਰਿਆ ਦੇ ਕਿਨਾਰੇ ਚੱਲ ਕੇ ਅਸੀਂ ਉਸ ਸਤਲੁਜ ਦਰਿਆ ਦੀ ਸਹੁੰ ਪਾ ਕੇ ਤੁਹਾਨੂੰ ਲਿਖ ਦਿੰਦੇ ਹਾਂ। ਲਿਖ ਕਾਗਦ ਹਮ ਦੇਹੇਂਗੇ ਸਾਪ ਪਰਸੈ ਨੀਰਾ। ਔਰ ਅਸੀਂ ਕਾਗਜ਼ ਲਿਖ ਕੇ ਦਿਆਂਗੇ, ਫਿਰ ਉਸ ਦਰਿਆ ਦੇ ਪਾਣੀ ਦੀ ਸਹੁੰ ਖਾਵਾਂਗੇ। ਭਨੀ ਦੁਸ਼ਟ ਜਿਮ ਵਾਰਤਾ ਮਾਨੀ ਤਿਮ ਰਾਉ। ਤੋ ਮਹਾਰਾਜ ਰਾਜੇ ਨੇ ਉਹਨਾਂ ਦੀ ਗੱਲ ਮੰਨ ਲਈ। ਸਪਤ ਕੌਸ ਤੈ ਤੇ ਹੋਤੇ ਗਮਨੇ ਤਿਸ ਤਾਉ। ਔਰ ਇੱਥੋਂ ਰਾਏਕੋਟ ਤੋਂ 7 ਕੋਹ ਤੇ ਸਤਲੁਜ ਦਰਿਆ ਵਗਦਾ ਸੀ, ਸਾਰੇ ਉੱਥੇ ਗਏ। ਬੈਠ ਪ੍ਰਥਮ ਪੂਜਾ ਕਰੀ ਸਾਬਿਦ ਦੇ ਸਦਉ। ਔਰ ਉੱਥੇ ਬੈਠ ਕੇ ਸਹੁੰ ਪਾਈ ਤੇ ਨਾਲੇ ਕਾਗਜ਼ ਤੇ ਲਿਖਿਆ ਗਿਆ। ਬਹੁਤ ਲਿਖੀ ਤਹ ਜਾਮਨੀ ਜੈਸੀ ਵਿਦ ਹੋਊ। ਔਰ ਫਿਰ ਜਾਮਨੀ ਦਰਿਆ ਦੀ ਕਿਵੇਂ ਲਿਖਦੇ ਹਨ? ਜੇ ਹਮ ਗੋਬਿੰਦ ਕਰਹਿਗੇ ਡੰਡਤਾ ਹੋ ਦਰਿਆਓ। ਦੰਡੋ ਸਜ਼ਾ ਦਿਓ। ਹੇ ਸਤਲੁਜ ਦਰਿਆ, ਜੇ ਅਸੀਂ ਅੱਜ ਤੋਂ ਬਾਅਦ ਗੋਵਧ ਕਰੀਏ, ਗਊਆਂ ਨੂੰ ਮਾਰਨਾ ਕਰੀਏ, ਤੇ ਹੇ ਦਰਿਆ ਤੂੰ ਸਾਨੂੰ ਸਜ਼ਾ ਦੇ ਦੇਈਂ। ਭਾਵ ਕੁਦਰਤ ਕਰੇ ਤੇ ਦਰਿਆ ਚੜ੍ਹ ਕੇ ਆ ਸਕਦਾ, ਜਿਵੇਂ ਸੁਨਾਮੀ ਲਹਿਰਾਂ ਪਿੱਛੇ ਜੇ ਆਈਆਂ। ਤਾਂ ਇਸੇ ਤਰ੍ਹਾਂ ਗੁਰੂ ਪਿਆਰਿਓ ਕੁਦਰਤ ਦੀ ਕਰੋਪੀ ਹੁੰਦੀ ਆ। ਜਦੋਂ ਕੋਈ ਗਲਤੀਆਂ ਕਰਦਾ, ਮਾੜੇ ਕਰਮ ਕਰਦਾ, ਫਿਰ ਉਹਨਾਂ 'ਤੇ ਕੁਦਰਤ ਕਰੋਪ ਹੋ ਜਾਂਦੀ ਹੈ।
ਇਸ ਕਰਕੇ ਕਹਿਣ ਲੱਗੇ ਉਹਨਾਂ ਨੇ ਲਿਖਿਆ ਹੈ ਕਿ ਜੇ ਅਸੀਂ ਅੱਜ ਤੋਂ ਗਲਤੀ ਕਰੀਏ ਤੇ ਇਹ ਦਰਿਆ ਸਾਨੂੰ ਭਾਵੇਂ ਮਾਰ ਦੇਵੇ। ਇਤਿਆਦਿਕ ਲਿਖਵਾਏ ਕਰ ਹਰ ਕਿਓ ਤਬ ਰਾਉ। ਇਉਂ ਰਾਜਾ ਕਹਿੰਦੇ ਉਹਨਾਂ ਨੂੰ ਦਰਿਆ ਦੀ ਸਤਲੁਜ ਦੀ ਕਸਮ ਪਾ ਕੇ ਤੇ ਚਿੱਠੀ ਕਾਗਜ਼ ਲਿਖਵਾ ਕੇ ਲੈ ਆਇਆ ਜੀ। ਕਾਗਤ ਲੈ ਕਰ ਪਰ ਆਪਣਾ ਆਇਓ ਪਨਵਾਸਾ। ਤੇ ਮਹਾਰਾਜ ਇਸ ਤਰ੍ਹਾਂ ਉਹ ਜੰਗ ਬੰਦ ਹੋਇਆ 1 ਸਾਲ ਵਿੱਚ। ਨਗਰ ਤਿਹਾੜਾ ਵਡਵਸੈ ਚਹੁ ਬਰਨ ਖੁਲਾਸਾ। ਔਰ ਤਿਹਾੜੇ ਨਗਰ ਵਿੱਚ 4 ਵਰਨਾਂ ਦੇ ਲੋਕ ਵਸਦੇ ਸਨ। ਸੁਣੀਐ ਸ੍ਰੀ ਪ੍ਰਭ ਸਤਿਗੁਰੂ ਇੱਕ ਬਰਖ ਬਿਤਾਵਾ। ਇਉਂ 1 ਸਾਲ ਬਤੀਤ ਹੋ ਗਿਆ। ਇਹ ਹਰ ਏਕ ਗੋਬਿੰਦ ਕਰੀ ਬੜ ਪਾਪ ਕਮਾਵਾ। ਔਰ 1 ਸਾਲ ਬਾਅਦ ਕਿਸੇ ਨੇ ਇੱਕ ਗਊ ਨੂੰ ਮਾਰਨਾ ਕੀਤਾ ਹੈ ਜੀ। ਸੁਣ ਰਾਏ ਤਾ ਬਾਰਤਾ ਦਰਿਆਉ ਅਰਾਦਾ। ਕਹਿੰਦੇ ਰਾਜਾ ਬੜਾ ਧਰਮੀ ਬੰਦਾ ਸੀ। ਇਸ ਨੇ ਦਰਿਆਓ ਨੂੰ ਬੇਨਤੀ ਕੀਤੀ ਵੀ ਤੂੰ ਉਹਦੇ ਜਾਮਨੀ ਲਈ ਸੀ ਇਹਨਾਂ ਤੁਮ ਦੇ। ਜਾਨਮ ਤਿਸ ਇਸ ਬਾਤ ਕੇ ਇਹ ਦੁਸ਼ਟ ਅਸਾਦਾ। ਇਹਨਾਂ ਦੁਸ਼ਟਾਂ ਨੇ ਫਿਰ ਗਲਤੀ ਕੀਤੀ ਹੈ, ਗਊਆਂ ਨੂੰ ਮਾਰਨਾ, ਗਰੀਬ ਨੂੰ ਮਾਰਨਾ। ਕਹਿਣ ਲੱਗੇ ਤੁਸੀਂ ਇਹਨਾਂ ਦਾ ਹੁਣ ਫੈਸਲਾ ਕਰੋ। ਨਿਰਵਾਰ ਨਿਜ ਜਾਮਨੀ ਤਹ ਦੰਡ ਬੇਸਾਲਾ। ਔਰ ਇਸ ਕਰਕੇ ਹੁਣ ਅੱਜ ਇਹਨਾਂ ਨੂੰ ਸਜ਼ਾ ਦਿਓ। ਉਹਨਾਂ ਨੇ ਤੇਰੀ ਜਾਮਣੀ ਦਿੱਤੀ ਹੈ। ਭਾਈ ਆਣ ਜਬ ਜਾਮਨੀ ਕਹਤੇ ਇਸ ਢਾਲਾ। ਕਹਿੰਦੇ ਜਿਸ ਵੇਲੇ ਇਧਰ ਰਾਜੇ ਨੇ ਬੇਨਤੀ ਕੀਤੀ ਤੇ ਉਧਰੋਂ ਕਹਿੰਦੇ ਰਾਤ ਪਈ ਜਦੋਂ। ਸਪਤ ਕੋਸ ਸਤ ਦਰਬ ਹੋਤ ਟਾਹਨ ਤਤ ਲਾਗੇ। ਔਰ 7 ਕੋਹ ਤੇ ਵਸਦਾ ਹੋਇਆ ਦਰਿਆ, ਵਗਦਾ ਹੋਇਆ ਦਰਿਆ ਆਪਣੇ ਕਿਨਾਰੇ ਨੂੰ ਰੋੜਨ ਲੱਗਿਆ ਜੀ। ਪਹੁੰਚਿਆ ਪਰ ਕੇ ਨਿਕਟਲਾ ਨਰ ਨਾਇਨ ਜਾਗੇ। ਔਰ ਰਾਤ ਨੂੰ ਕਹਿੰਦੇ ਉਹ ਦਰਿਆ ਦਾ ਪਾਣੀ ਇਹਨਾਂ ਦੇ ਪਿੰਡ ਵੱਲ ਆ ਗਿਆ। ਬਣੇ ਸਦਨ ਗਿਰਨੇ ਲਾਗੇ ਟਾਹਤ ਜਲ ਗੇਰੇ। ਔਰ ਇਸ ਤਰ੍ਹਾਂ ਜਦੋਂ ਪਾਣੀ ਨੇ ਇੱਕ ਹੜ੍ਹ ਦੀ ਨਿਆਈ ਹਮਲਾ ਕੀਤਾ ਮਾਨੋ ਤੇ ਇਹਨਾਂ ਦੇ ਘਰ ਢਹਿਣ ਲੱਗੇ ਜੀ। ਕੇਤਕ ਨਰ ਤਰਹ ਬਹਿ ਗਏ ਪਾਰੋਰ ਵਡੇਰੇ। ਔਰ ਕਈ ਤਾਂ ਉਹ ਪਾਣੀ ਵਿੱਚ ਡੁੱਬ ਗਏ ਤੇ ਕਈ ਰੌਲਾ ਪਾਉਣ ਲੱਗੇ, ਭੱਜਣ ਲੱਗੇ ਜੀ। ਔਚਕ ਜਲ ਕਹਤੇ ਆਏ ਆ ਕੁਛ ਜਾਏ ਨ ਜਾਨਾ। ਔਰ ਸਾਰੇ ਹੈਰਾਨ ਹੈ ਕਿ ਪਾਣੀ ਕਿੱਧਰੋਂ ਆ ਗਿਆ। ਧਰਮ ਆਦ ਕਰ ਵਸਤਗਨ ਵਿੱਚ ਜਲ ਕੇ ਨਾਨਾ। ਪਾਣੀ ਦੇ ਵਿੱਚ ਬੇਅੰਤ ਵਸਤੂਆਂ, ਸਮਾਨ ਲੋਕਾਂ ਦਾ ਤੇ ਮਨੁੱਖ ਰੁੜ ਗਏ। ਨਿਸਾ ਅੰਧੇਰੀ ਨਾਰ ਨਰ ਭਾਜੇ ਉਤਲਾਏ। ਜਿਨ੍ਹਾਂ ਨੂੰ ਜਾਗ ਆ ਗਈ, ਰੌਲਾ ਪੈ ਗਿਆ, ਉਹ ਡਰਦੇ ਘਰ ਛੱਡ ਕੇ ਭੱਜ ਗਏ। ਨਹ ਦੀਖਤ ਜਲ ਮਹਿ ਗਿਰੇ ਸਭ ਦੇਹ ਬਿਹਾਏ। ਤੇ ਬਹੁਤ ਸਾਰੇ ਪਾਣੀ ਵਿੱਚ ਰੁੜ ਗਏ। ਨਗਰ ਸਗਰ ਘਰ ਕਰ ਬਗਰ ਦਰਿਆਉ ਬਿਦਾਰੇ। ਇਉਂ ਸਾਰਾ ਪਿੰਡ ਤਿਹਾੜਾ ਜਿਹੜਾ ਹੈ ਉਹ ਵਹਿ ਗਿਆ ਪਾਣੀ ਵਿੱਚ। ਕੇਤਕ ਬਚੇ ਪਲਾਏ ਕਰ ਕੇਤਕ ਵਿੱਚ ਮਾਰੇ। ਕਈ ਜਾਨ ਬਚਾ ਕੇ ਭੱਜ ਗਏ, ਕਈ ਡੁੱਬ ਗਏ। ਹੋਸਨ ਮੈਂ ਜੋ ਬਸਤ ਥਾ ਸਭ ਦੀਨ ਬਹਾਈ। ਇਸ ਤਰ੍ਹਾਂ ਕੋਹਾਂ ਤੱਕ ਜਿਹੜਾ ਇਹ ਤਿਹਾੜਾ ਨਗਰ ਪਿੰਡ ਵਸਦਾ ਸੀ ਸਭ ਰੋੜ ਦਿੱਤਾ। ਇਹ 77 ਬਾਦ ਨੇ ਨਿਜਾਮਨੀ ਨਿਰਪਾ ਕੀ ਉਤਰਾਈ। ਇਉਂ ਸਤਲੁਜ ਨੇ ਆਪਣੀ ਜਾਮਨੀ ਪੂਰੀ ਕੀਤੀ ਹੈ। ਸ੍ਰੀ ਗੁਰ ਤੁਮਰੀ ਕਿਰਪਾ ਤੇ ਇਮਰਾਏ ਕਹੇਲਾ। ਇਉਂ ਇਸ ਕਰਕੇ ਇਸ ਰਾਏ ਕਲੇਰਾ, ਇਸ ਕਰਕੇ ਤੁਹਾਡੀ ਕਿਰਪਾ ਸਦਕਾ ਇਸ ਰਾਏ ਕੱਲੇ ਨੇ ਆਪ ਜੀ ਨੂੰ ਮਿਲਣਾ ਕੀਤਾ ਹੈ। ਇਹਦਾ ਨਾਮ ਰਾਏ ਕੱਲਾ ਤਾਂ ਪੈ ਗਿਆ। ਕਰਤਾ ਸਦਾ ਸਤਸੰਗ ਕਾ ਕਰ ਪੁੰਨ ਬਡੇਰਾ। ਔਰ ਇਹ ਸਤਸੰਗੀ ਬੰਦਾ ਹੈ, ਧਰਮੀ ਬੰਦਾ ਹੈ, ਰੱਬ ਦੇ ਪਿਆਰਿਆਂ ਦੀ ਸੰਗਤ ਕਰਦਾ ਰਹਿੰਦਾ ਜੀ। ਸੁਣ ਕਰ ਸ੍ਰੀ ਸਤਿਗੁਰ ਕਹਿਓ ਆਛੋ ਪਦ ਪੈ ਹੈ। ਪਾਤਸ਼ਾਹ ਕਹਿੰਦੇ ਚੰਗੀ ਗੱਲ ਹੈ, ਬੰਦੇ ਨੂੰ ਚੰਗੇ ਕੰਮ ਕਰਨੇ ਚਾਹੀਦੇ ਆ। ਨਹਿ ਸਜਾਏ ਪਰਲੋਕ ਮੈਂ ਨੀਕੇ ਮਗ ਜੈ ਹੈ। ਔਰ ਇਸ ਨੂੰ ਜਿਹੜਾ ਹੈ ਪਰਲੋਕ ਵਿੱਚ ਕੋਈ ਸਜ਼ਾ ਦੁੱਖ ਨਹੀਂ ਮਿਲੇਗਾ, ਉੱਤਮ ਪਦਵੀ ਪ੍ਰਾਪਤ ਕਰੇਗਾ। ਸਾਧ ਸਾਧ ਇਸ ਕੋ ਕਰਮ 70 ਵੀ ਮਾਨਾ। ਇਹਦੇ ਕਰਮ ਭਾਵ ਇਹਦੇ ਕੰਮ, ਇਹਦਾ ਸੁਭਾਅ ਚੰਗਾ ਤੇ ਮਾਨੋ ਦਰਿਆ ਨੇ ਵੀ ਇਹਦੀ ਗੱਲ ਮੰਨੀ ਹੈ। ਸੁਣ ਕਰ ਕਲੇ ਰਾਏ ਤਬ ਅਬ ਬੰਧਨ ਨਾ ਠਾਨਾ। ਤੋ ਰਾਜੇ ਨੇ ਇਹ ਗੱਲ ਸੁਣ ਕੇ ਪਾਤਸ਼ਾਹ ਦੀ ਚਰਨਾਂ 'ਚ ਨਮਸਕਾਰ ਕੀਤੀ ਹੈ ਦੋਹਰਾ। ਬੈਠੇ ਮਾਹੀ ਕੇ ਗਏ ਬਾਤੈ ਕਰਤ ਬਿਤਾਏ। ਤੋ ਹੁਣ ਕੱਲ ਆਪਾਂ ਇਹ ਸਰਵਣ ਕੀਤਾ ਸੀ ਕਿ ਜਿਸ ਵੇਲੇ ਰਾਏ ਕੱਲੇ ਨੇ ਆਪਣਾ ਮਾਹੀ ਭੇਜਿਆ ਸਰਹੰਦ ਵੱਲ ਪਤਾ ਕਰਨ, ਤੇ ਗੱਲ ਚੱਲੀ ਸੀ ਜੀ ਵੀ ਇੱਥੋਂ 40 ਕੋਹ ਹੈ, ਬੰਦਾ ਸਾਰੇ ਦਿਨ 12-13 ਘੰਟਿਆਂ 40 ਕੋਹ ਕਰੇਗਾ ਤੁਰ ਕੇ। ਉਦੋਂ ਬੰਦੇ ਵਗਦੇ ਬੜਾ ਸੀਗੇ। ਤੇ ਗੁਰੂ ਪਿਆਰਿਓ
ਕਹਿਣ ਲੱਗਿਆ ਜੀ ਅੱਜ ਪਹੁੰਚੂਗਾ, ਰਾਤੇ ਰਾਤ ਇਹ ਪਤਾ ਕਰਕੇ ਕੱਲ੍ਹ ਨੂੰ ਆਪਣੇ ਕੋਲੇ ਸ਼ਾਮਾਂ ਤੱਕ ਆਵੇਗਾ। ਇਹ ਗੱਲਾਂ ਬਾਤਾਂ ਕਰਦੇ ਹੋਏ ਕਹਿੰਦੇ ਦੁਪਹਿਰਾ ਹੋ ਗਿਆ, 2 ਪਹਿਰ ਬਤੀਤ ਹੋ ਗਏ। ਭਇਓ ਦੁਪਹਿਰਾ ਆਨ ਕਰ ਥਿਰ ਪ੍ਰੰਕ ਸੁਖਦਾਈ। ਔਰ ਪਲੰਘੇ ਤੇ ਬੈਠਿਆਂ ਨੂੰ ਕਹਿੰਦੇ 2 ਪਹਿਰ ਬਤੀਤ ਹੋ ਗਏ ਜੀ। ਰਾਏ ਕੱਲਾ ਥਿਰਿਆ ਤ੍ਰੈ ਸੈ ਪਟ ਸਾਥਾ। ਔਰ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਰਾਏ ਕੱਲਾ ਤੇ 300 ਸਿਪਾਹੀ ਉਹਦੇ ਸਾਥੀ ਬੈਠੇ ਹਨ। ਲੋਕ ਥਿਰ ਸੈਂਕਰੇ ਦਰਸਤ ਹੈ ਨਾਥਾ। ਲੰਮੇ ਜੱਟਪੁਰੇ ਦੇ ਨਗਰ ਦੇ ਲੋਕਾਂ ਨੂੰ ਵੀ ਪਤਾ ਲੱਗਿਆ, ਕੁਝ ਸੰਗਤਾਂ ਵੀ ਆ ਕੇ, ਜਨਤਾ ਵੀ ਬੈਠੀ ਹੈ ਆਸੇ ਪਾਸੇ। ਇਹ ਬਹੁ ਨਰਨ ਕੀ ਥਿਰ ਦੂਰ ਹਦੂਰੀ। ਇਉਂ ਸਤਿਗੁਰਾਂ ਦੇ ਕੋਲੇ ਕਾਫੀ ਭੀੜ ਹੈ, ਜੀਵਾਂ ਦੀ, ਮਨੁੱਖਾਂ ਦੀ। ਆਣ ਆਣ ਬੰਧਨ ਕਰ ਬਿਖ ਮੂਰਤ ਰੂਰੀ। ਜਿਹਨੂੰ ਵੀ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਇਸ ਇਲਾਕੇ 'ਚ ਆਏ ਹੈ, ਉਹੀ ਆਉਂਦਾ ਹੈ, ਨਮਸਕਾਰ ਕਰਦਾ ਹੈ, ਸੁੰਦਰ ਸਤਿਗੁਰਾਂ ਦੇ ਸਰੂਪ ਦੀ ਮਹਿਮਾ ਕਰਦੇ ਹਨ। ਦੇਖ ਦੁਪਹਿਰੇ ਦਸ਼ਾ ਗੁਰ ਸ੍ਰੀ ਬਦਨ ਬਖਾਨਾ। ਔਰ ਦੇਖੋ ਪਹਿਲਾਂ ਦੱਸਿਆ ਵੀ 40 ਕੋਹ ਹੈ ਜੀ, ਆਥਣ ਤੱਕ ਬੰਦਾ ਪਹੁੰਚੂਗਾ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੁਪਹਿਰੇ ਹੀ ਕਹਿਣ ਲੱਗੇ ਰਾਏ ਕੱਲੇ, ਉਹ ਵੇਖ ਭਾਈ ਤੇਰੇ ਮਾਹੀ ਨੂੰ। ਰਾਏ ਕੱਲਾ ਅਬ ਹੈ ਮਾਹੀ ਪ੍ਰਸਥਾਨਾ। ਔਰ ਪਤਾ ਕਰੋ ਤੇਰਾ ਮਾਹੀ ਗਿਆ ਸੀਗਾ। ਜੋ ਆਏ ਕੈ ਨਹੀਂ ਸੋ ਦੇਖੋ ਦਿਸਕਾਈ। ਉਹ ਆਇਆ ਕਿ ਨਹੀਂ ਆਇਆ? ਹੁਣ 2 ਪਹਿਰਾਂ ਬਾਅਦ ਪਾਤਸ਼ਾਹ ਪੁੱਛਦੇ ਆ। ਅਸਲ ਵਿੱਚ ਪਾਤਸ਼ਾਹ ਨੇ ਆਪਣੀ ਕਲਾ ਵਰਤਾਉਣੀ ਹੈ, ਪਰ ਵਿਖਾਵਾ ਨਹੀਂ ਕਰਦੇ ਕਲਾ ਦਾ, ਕਰਾਮਾਤ ਦਾ। ਇਹ ਕਹਿਣ ਲੱਗੇ ਵੇਖ ਰਾਏ ਕੱਲੇ ਤੇਰਾ ਬੰਦਾ ਆ ਰਿਹਾ ਕਿ ਨਹੀਂ। ਬੀਤ ਗਏ 2 ਪਹਿਰ ਤਹ ਆਵੈ ਕਰਤਾਈ। ਔਰ 2 ਪਹਿਰ ਬਤੀਤ ਹੋ ਗਏ, ਹਜੇ ਤੱਕ ਆਇਆ ਨਹੀਂ। ਤੂੰ ਕਿਹਾ ਸੀ ਜਲਦੀ ਆਈ। ਬੋਲਿਓ ਕੱਲਾ ਜੋਰ ਕਰ ਕਹਿ ਗਮਨ ਸਕਾਰੇ। ਰਾਏ ਕੱਲਾ ਕਹਿੰਦਾ ਮਹਾਰਾਜ ਤੜਕੇ ਤਾਂ ਗਿਆ ਉਹ, ਸਕਾਰੇ ਕਹਿੰਦੀ ਆ ਸਵੇਰ ਨੂੰ। ਅੱਜ ਸਵੇਰੇ ਤਾਂ ਉਹ ਗਿਆ ਹੈ। ਪਹੁੰਚੈ 40 ਕੋਸ ਸੋ ਚਲ ਬਾਸਰ ਸਾਰੇ। ਉਹ ਸਾਰੇ ਦਿਨ ਵਿੱਚ ਪਹੁੰਚੂਗਾ ਮਹਾਰਾਜ। 40 ਕੋਹ ਹੈ, ਇੱਥੋਂ 4 ਯੋਜਨ ਹੈ। ਅਗਲੇ ਦਿਨ ਪਹੁੰਚੈ ਇਹਾ ਸਭ ਬਾਤ ਬਤਾਵੈ। ਮਹਾਰਾਜ ਅੱਜ ਨਹੀਂ ਉਹ ਆ ਸਕਦਾ, ਅੱਜ ਤਾਂ ਪਹੁੰਚੂਗਾ, ਕੱਲ ਨੂੰ ਆਪਣੇ ਕੋਲੇ ਵਾਪਸ ਆ ਕੇ ਦੱਸੇਗਾ। ਮਾਰਗ 80 ਕੋਸ ਕੋ ਬਲਕਿ ਜਤ ਆਵੈ। 80 ਕੋਹ ਪੈਂਦਾ, ਇੱਥੋਂ ਪੈਂਦਾ ਤੇ 80 ਕੋਹ ਤੱਕ ਬੜੇ ਬਲ ਦੇ ਨਾਲ, ਬੜੀ ਤੇਜ਼ੀ ਨਾਲ ਜਾ ਕੇ ਹੀ ਆ ਸਕਦਾ। ਜੇ ਹੌਲੀ ਤੁਰੇ ਤਾਂ ਫਿਰ ਤਾਂ ਕੱਲ ਨੂੰ ਵੀ ਨਹੀਂ ਮੁੜ ਸਕਦਾ। ਸੋਨਾ ਤੋਸਨ ਗੁਰ ਹੋਏ ਰਹੇ ਕਹਿ ਔਰ ਪ੍ਰਸੰਗ। ਹੁਣ ਪਾਤਸ਼ਾਹ ਨੇ ਇਹ ਬਚਨ ਕੀਤਾ ਸੀ ਕਰਾਮਾਤੀ, ਪਰ ਅੱਗੋਂ ਰਾਏ ਕੱਲੇ ਨੇ ਜਾਂ ਜਿਸਨੇ ਅੱਗੋਂ ਜਵਾਬ ਦਿੱਤਾ ਉਸਨੇ ਗੱਲ ਟਾਲ ਦਿੱਤੀ। ਕਹਿੰਦੇ ਜੀ ਕੱਲ ਸ਼ਾਮਾਂ ਤੱਕ ਆਵੇਗਾ। ਪਾਤਸ਼ਾਹ ਨੂੰ ਵੀ ਪਤਾ ਲੱਗ ਗਿਆ ਵੀ ਇਹਨਾਂ ਨੇ ਗੱਲ ਕੱਟ ਦਿੱਤੀ ਹੈ। ਫਿਰ ਪਾਤਸ਼ਾਹ ਹੋਰ ਗੱਲਾਂ ਵਿੱਚ ਲੱਗ ਗਏ ਥੋੜੇ ਸਮੇਂ ਲਈ। ਜਥਾ ਗਿਰੇ ਸਾਰਾ ਭੀਮਸਾ ਮਚਵਾਇਓ ਜੰਗਾ। ਔਰ ਫਿਰ ਗੱਲਾਂ ਚੱਲ ਪਈਆਂ ਜੰਗ ਦੀਆਂ, ਜਿਵੇਂ ਪਹਾੜੀ ਰਾਜਾ ਭੀਮ ਸ਼ਾਹ ਤੇ ਉਹਨਾਂ ਦੀਆਂ ਫੌਜਾਂ ਨੇ ਜੰਗ ਕੀਤਾ। ਬਾਈ ਧਾਰਨ ਕੇ ਪਤੀ ਬੜ ਚਮੂ ਬਟੋਰੀ। ਕਿਵੇਂ 22 ਧਾਰ ਦੇ ਪਹਾੜੀ ਰਾਜਿਆਂ ਨੇ ਫੌਜ ਇਕੱਠੀ ਕੀਤੀ। ਸਭ ਇਕੱਤਰ ਮਤ ਕਾ ਕਰੇ ਆਏ ਹਮ ਹੋਰੀ। ਸਾਰੇ ਆਪਣੀ ਮਤ ਮੁਤਾਬਕ ਇਕੱਠੇ ਹੋ ਕੇ ਸਾਡੇ ਵੱਲ ਚੜ ਕੇ ਆ ਗਏ। ਕਟਕਾ ਬੀਤੀ ਬਾਹਰ ਇਤਦਾਏ ਕਾ ਹੰਤੇ। ਔਰ 2 ਘੜੀਆਂ ਬਤੀਤ ਹੋਈਆਂ ਤਾਂ ਅਕਸ ਮਾਤਰ ਸ੍ਰੀ ਸਤਿਗੁਰੂ ਇਮ ਬਚਨ ਪਨੰਤੇ। 2 ਘੜੀਆਂ ਬਾਅਦ ਭਾਵ ਅੱਧੇ ਪਹਿਰ ਬਾਅਦ, ਥੋੜੇ ਸਮੇਂ ਬਾਅਦ ਪਾਤਸ਼ਾਹ ਫਿਰ ਕਹਿੰਦੇ ਉਹ ਭਾਈ ਵੇਖੋ ਉੱਠ ਕੇ ਮਾਹੀ ਆਉਂਦਾ ਕਿ ਨਹੀਂ। ਸੁਣਨ ਵਾਲੇ ਸੋਚਦੇ ਆ ਬਾਬੇ ਨੂੰ ਕਾਹਲੀ ਹੋਣੀ ਆ, ਮਹਾਰਾਜ ਨੂੰ ਕਾਹਲੀ ਹੈ ਵੀ ਵਾਕਿਆ ਹੀ ਮਾਤਾ ਵਿਛੜੀ ਹੈ, ਪੁੱਤਰ ਵਿਛੜੇ ਹੈ। ਉਹਨਾਂ ਦੀ ਚਿੰਤਾ ਦੇ ਵਿੱਚ ਕਾਹਲੀ ਨਾਲ ਬਾਰ-ਬਾਰ ਪੁੱਛ ਲੈਂਦੇ ਨੇ। ਬੈਠੇ ਬੈਠੇ ਕਹਿੰਦੇ ਉਹ ਭਾਈ ਸਿੱਖੋ ਪਤਾ ਕਰੋ, ਦੇਖੋ ਮਾਹੀ ਆਉਂਦਾ ਕਿ ਨਹੀਂ। ਚੜਾਵਾ ਤੋਰੋ ਪਰ ਮਗ ਦੇਖੈ ਸੋਈ। ਰਾਏ ਕੱਲਾ ਫੇਰ ਕਹਿੰਦਾ ਕਿ ਮਹਾਰਾਜ ਪਾਤਸ਼ਾਹ ਕਹਿੰਦੇ ਦਰਖਤ ਤੇ ਚੜ ਕੇ ਦੇਖੋ ਕੋਈ ਆਉਂਦਾ ਹੀ ਹੋਵੇ ਸ਼ਾਇਦ। ਆਵਤ ਮਾਹੀ ਕੈ ਨਹੀਂ ਸੁਧ ਪਾਵਹਿ ਜੋਈ। ਆਉਂਦਾ ਮਾਹੀ ਕਿ ਨਹੀਂ ਆਉਂਦਾ। ਉਹ ਟਾਹਲੀ ਹੇਠਾਂ ਬੈਠੇ ਸੀ, ਜਿਸ ਟਾਹਲੀ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ ਰਾਏਕੋਟ ਸਾਹਿਬ ਵਿਖੇ। ਤਾਂ ਪਾਤਸ਼ਾਹ ਜੀ ਕਹਿਣ ਲੱਗੇ ਦੇਖੋ ਇਹ ਟਾਹਲੀ ਤੇ ਚੜ ਕੇ ਆਉਂਦਾ ਕਿ ਨਹੀਂ। ਰਾਏ ਕੱਲਾ ਕਹਿ ਪਹੁੰਚੋ ਪਹਿਨਾ ਸੋ। ਮਹਾਰਾਜ ਮਾਫੀ ਚਾਹੁੰਦੇ ਆ, ਹਜੇ ਤਾਂ ਉਪੜਿਆ ਵੀ ਨਹੀਂ ਹੋਣਾ, ਉਹ ਹਜੇ ਤਾਂ ਰਾਜ ਫਿਰਦਾ ਹੋਣਾ।
ਐਡੀ ਛੇਤੀ ਕਿੱਥੋਂ ਆ ਗਿਆ? ਹੋਏ ਅਗਵਾਵਨ ਅਬ ਕਹਾ ਤਰ ਪਰਜੋ। ਐਡੀ ਛੇਤੀ ਮਹਾਰਾਜ ਕਿੱਥੋਂ ਆ ਜਾਵੇਗਾ? ਸੰਧਿਆ ਅਗਲੇ ਦਿਵਸ ਦੇ ਹੀ ਹੋਵਤ ਸੋ ਆਵੈ। ਮਹਾਰਾਜ ਕੱਲ ਦੀ ਸ਼ਾਮਾਂ ਤੱਕ ਪਹੁੰਚੇਗਾ। ਤਿਰਹਿ ਨਾ ਪਰ ਆਰ ਮਗ ਬਿਖੈ ਤੋਰ ਨਹੀਂ ਧਾਵ। ਹਾਂ, ਉਹ ਰੁਕੇਗਾ ਕਿਤੇ ਨਹੀਂ, ਜਾਏਗਾ, ਪਤਾ ਕਰੇਗਾ। ਉਹਦੀ ਭੈਣ ਉਸ ਇਲਾਕੇ 'ਚ ਵਿਆਹੀ ਹੈ, ਉੱਥੋਂ ਪਤਾ ਲੱਗ ਜਾਵੇਗਾ, ਭੈਣ ਦੇ ਕੋਲੋਂ ਖਬਰ ਲੈ ਕੇ ਆ ਜਾਵੇਗਾ। ਪਰ ਮਹਾਰਾਜ 80 ਖੋ ਹੈ। ਅੱਜ ਤਾਂ ਭਾਵੇਂ ਲੋਕਾਂ ਨੇ ਜਹਾਜ਼ਾਂ ਦੀ ਗੱਡੀਆਂ ਦੀ ਇੰਤਜ਼ਾਮ ਕਰ ਲਿਆ, ਪਰ ਉਦੋਂ ਤੁਰ ਕੇ ਜਾਣਾ ਸੀ ਤੇ ਤੁਰ ਕੇ ਗਿਆ ਮਾਹੀ। ਕਹਿਣ ਲੱਗਿਆ 80 ਕੋਹ ਹੈ ਮਹਾਰਾਜ। ਸੋਨਾ ਬਣ ਬਣ ਗਾਣਾ ਖਾਣ ਅਰ ਪਰਚੇ ਅਣਖ ਜਾਲਾ। ਦੂਜਾ ਬਚਨ ਵੀ ਇਹਨਾਂ ਨੇ ਕੱਟ ਦਿੱਤਾ ਪਾਤਸ਼ਾਹ ਜੀ ਦਾ। ਹੁਣ ਪਾਤਸ਼ਾਹ ਜਾਣ ਬੁੱਝ ਕੇ ਹੋਰ ਖਿਆਲਾਂ 'ਚ ਪੈ ਗਏ, ਹੋਰ ਗੱਲਾਂ ਤੋਰ ਲੀਆਂ, ਇੱਧਰਲੀਆਂ ਉੱਧਰਲੀਆਂ। ਢੂੰਡ ਪਹਿਰ ਦਿਨ ਜਾਬਾ ਰਹਿਓ ਬੈਠੇ ਤਿਸ ਕਾਲਾ। ਡੇਢ ਪਹਿਰ ਦਿਨ ਬਾਕੀ ਰਹਿ ਗਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਬਾਗ ਤੀਸਰਾ ਕਹਿਤ ਪਏ ਸਭ ਵਿਖੈ ਸੁਨਾਇਓ। ਔਰ ਹੁਣ ਪਾਤਸ਼ਾਹ ਨੇ ਇਹ ਨਹੀਂ ਕਿਹਾ ਪਤਾ ਕਰੂ ਆਉਂਦਾ ਕਿ ਨਹੀਂ, ਸਿੱਧਾ ਹੀ ਉਹ ਭਾਈ ਖੜਾ ਹੋ ਤੋ ਚੜਾ ਬਿਰਸ਼ ਮਾਹੀ ਪੇ ਆਏ ਕੇ ਨਾ ਆਇਓ। ਐਂ ਕਹਿ ਤੂੰ ਟਾਲੀ ਤੇ ਚੜ ਕੇ ਦੇਖ ਇਸ ਪਾਸੇ ਸਰਹੰਦ ਕੰਨੀ ਆਉਂਦਾ ਕਿ ਨਹੀਂ ਆਉਂਦਾ। ਸਨਤ ਰਾਏ ਕੱਲਾ ਕਹਿ ਨੇ ਨਰਨ ਮਜ਼ਾਰਾ। ਤੋ ਰਾਜਾ ਕੱਲਾ ਜਿਹੜਾ ਹੈ ਗੁਰੂ ਪਿਆਰਿਓ, ਰਾਏ ਕੱਲਾ ਆਪਣੇ ਬੰਦਿਆਂ ਨੂੰ ਕਹਿਣ ਲੱਗਿਆ ਪੁਰਸ਼ੋਤਮਾ ਪੂਰਨ ਪਰਖਾ ਤ੍ਰੈ ਬਾਰ ਉਚਾਰਾ। ਉਹ ਭਾਈ ਮਹਾਰਾਜ ਕਰਾਮਾਤੀ ਹੈ। ਪੁਰਸ਼ੋ ਉੱਤਮ, ਉੱਤਮ ਪੁਰਸ਼ ਪਰਮੇਸ਼ਰ ਦਾ ਸਰੂਪ, ਉਹਨੂੰ ਕਹਿੰਦੇ ਆ ਪੁਰਸ਼ੋਤਮ। ਕਹਿੰਦੀ ਉੱਤਮ ਪੁਰਸ਼ ਹੈ ਮਹਾਰਾਜ। ਇਹਨਾਂ ਨੇ ਤੀਜਾ ਬਚਨ ਕੀਤਾ ਹੈ ਮਾਰਾ ਖਰਚ ਹੋਏ ਚੜ ਤਰ ਪਰ ਥੇਰੋ। ਸਾਡਾ ਕੀ ਲੱਗਦਾ ਹੈ? ਜਾ ਫਲਾਨਾ ਸਿਆ ਤੂੰ ਟਾਲੀ ਤੇ ਚੜ ਕੇ ਦੇਖ। ਬਚਨ ਸਾਚ ਇਨਕਾ ਸਾਦਾ ਨਿਸ਼ਚੈ ਪਰ ਤੇਰੋ। ਇਹਨਾਂ ਦੇ ਬਚਨ ਤਾਂ ਹਮੇਸ਼ਾ ਸੱਚ ਹੁੰਦੇ ਹਨ। ਇਕ ਨਰ ਤਰ ਪਾਰ ਤੁਰਤ ਹੀ ਕਹਿ ਰਾਏ ਚੜਾਇਓ। ਤੇ ਉਸੇ ਵੇਲੇ ਰਾਏ ਕੱਲੇ ਨੇ ਆਪਣਾ ਇੱਕ ਬੰਦਾ ਕੋਲੇ ਬੈਠਾ ਟਾਲੀ ਤੇ ਚੜਾਇਆ ਹੈ। ਤੰਗ ਸਗੰਧ ਪਾਰ ਸੋ ਮਗ ਦਰਸਾਇਓ। ਕਾਫੀ ਉੱਚਾ ਚੜ ਕੇ ਤੇ ਫਿਰ ਵੇਖਦਾ ਸਰਹੰਦ ਵਾਲੇ ਪਾਸੇ ਨੂੰ ਮੂੰਹ ਕਰਕੇ। ਮਾਹੀ ਆਪ ਦੂਰ ਤੇ ਤਿਨ ਦੇਖਣ ਕੀਨਾ। ਔਰ ਇਸ ਨੇ ਪਛਾਣ ਲਿਆ ਵੀ ਮਾਹੀ ਤਾਂ ਤੁਰਿਆ ਆ ਰਿਹਾ ਹੈ ਤੇ ਉੱਥੋਂ ਹੀ ਕਹਿੰਦਾ ਵਿਸਮਾਵਤ ਬੋਲੋ ਤਾ ਆਇਓ ਮਹਚੀਨਾ। ਮਹਾਰਾਜ ਜੀ ਆ ਰਿਹਾ ਮਾਹੀ। ਹੈਰਾਨ ਵੀ ਹੋ ਗਿਆ ਵੀ ਯਾਰ ਹੈ ਐਡੀ ਜਲਦੀ ਮੁੜਿਆ ਆ। ਇਹ ਇੱਥੋਂ ਤਾਂ ਤੋਰਿਆ ਹੈ, ਪਰ ਗਾਹਾਂ ਤੋਂ ਪਾਤਸ਼ਾਹ ਨੇ ਪਤਾ ਨਹੀਂ ਕਿਵੇਂ ਉਡਾ ਕੇ ਭਜਾਇਆ, ਉਸ ਨੂੰ ਕਿਵੇਂ ਪਹੁੰਚਾਇਆ, ਇਹ ਗੁਰੂ ਜਾਣਦਾ ਹੈ। ਉਹ ਚੀਜ਼ ਪਾਤਸ਼ਾਹ ਨੇ ਗੁਪਤ ਰੱਖੀ ਆ ਔਰ ਸ਼ਾਇਦ ਮਾਹੀ ਨੂੰ ਵੀ ਨਾ ਪਤਾ ਲੱਗਿਆ ਹੋਵੇ ਕਿ ਉਹ ਕਿਵੇਂ ਪਹੁੰਚ ਗਿਆ। ਕੋ ਸਤਨਾਮ। ਜਿਸ ਤਰ੍ਹਾਂ ਭਾਈ ਮਰਦਾਨਾ ਤੇ ਧੰਨ ਗੁਰੂ ਨਾਨਕ ਦੇਵ ਜੀ ਇਹ ਸੱਖਰ ਪੱਖਰ ਦੀ ਜਗ੍ਹਾ ਤੇ ਬੈਠੇ ਨੇ ਮੱਕੇ ਜਾਣ ਵਾਸਤੇ। ਮਰਦਾਨਾ ਜਿੱਦ ਪੈ ਗਿਆ, ਕਹਿੰਦਾ ਜੀ ਮੈਂ ਮੱਕਾ ਦੇਖਣਾ। ਪਾਤਸ਼ਾਹ ਕਹਿੰਦੇ ਚੱਲ ਦਿਖਾ ਦਿੰਨੇ ਆ ਮੱਕਾ। ਉੱਥੇ ਗਏ ਤੇ ਮੱਕੇ ਤੋਂ ਇੱਕ ਸਮੁੰਦਰੀ ਬੇੜਾ ਵੱਡਾ ਜਹਾਜ਼ ਜਾਂਦਾ ਸੀ, ਮੱਕੇ ਨੂੰ ਵਿਚਾਲੇ ਦਰਿਆ ਪੈਂਦਾ ਸੀ ਵੱਡਾ। ਤੇ ਜਦੋਂ ਉੱਥੇ ਪਹੁੰਚੇ ਉਹਨੂੰ ਪਤਾ ਲੱਗਿਆ ਵੀ ਇਹ ਤਾਂ ਹਿੰਦੂ ਫਕੀਰ ਹੈ ਤੇ ਉੱਥੇ ਹੀ ਹਿੰਦੂਆਂ ਨੂੰ ਮੁਸਲਮਾਨਾਂ ਦੇ ਮੱਕੇ ਤੇ ਜਾਣ ਦੀ ਆਗਿਆ ਨਹੀਂ ਹੈ। ਕਹੋ ਸਤਨਾਮ। ਤੇ ਜਿਹੜੇ ਉੱਥੇ ਬੈਠੇ ਸੀ ਗੁਰੂ ਪਿਆਰਿਓ, ਉਹਨਾਂ ਦੇ ਵੱਡੇ ਵੱਡੇ ਪੀਰ ਮੁਰੀਦ, ਉਹ ਕਹਿਣ ਲੱਗੇ ਬਈ ਤੈਨੂੰ ਅਸੀਂ ਜਹਾਜ਼ ਤੇ ਨਾਲ ਨਹੀਂ ਲਿਜਾ ਸਕਦੇ। ਜਿਹੜੇ ਉੱਥੋਂ ਦੇ ਸਾਡੇ ਵੱਡੇ ਹਨ ਉਹ ਸਾਨੂੰ ਝਟਕਾ ਦੇਣਗੇ, ਸਾਨੂੰ ਮਾਰ ਦੇਣਗੇ ਵੀ ਤੁਸੀਂ ਹਿੰਦੂ ਬੰਦੇ ਨੂੰ ਨਾਲ ਕਿਉਂ ਲੈ ਕੇ ਆਏ ਹੋ। ਤੇ ਪਾਤਸ਼ਾਹ ਕਹਿੰਦੇ ਚੱਲ ਮਰਦਾਨਿਆਂ ਘਰੇ ਚੱਲ ਗਏ, ਆਪਾਂ ਹੁਣ ਨਹੀਂ ਜਾ ਸਕਦੇ ਮੱਕੇ, ਇਹ ਤਾਂ ਐਡਾ ਲੰਮਾ ਦਰਿਆ ਹੈ ਤੇ ਆਪਾਂ ਨੂੰ ਜਹਾਜ਼ ਤੇ ਚੜਾਉਂਦੇ ਨਹੀਂ। ਉਹਨਾਂ ਦਾ ਜਹਾਜ਼ ਤਾਂ ਤੁਰ ਗਿਆ ਤੇ ਮਗਰੋਂ ਮਰਦਾਨਾ ਕਹਿੰਦਾ ਗੱਲ ਸੁਣੋ, ਤੁਹਾਨੂੰ ਰੋਕਣ ਵਾਲਾ ਕਿਹੜਾ। ਕਹੋ ਸਤਨਾਮ। ਤੁਹਾਨੂੰ ਜਹਾਜ਼ ਦੀ ਕੀ ਲੋੜ ਹੈ ਮਹਾਰਾਜ, ਐਵੇਂ ਵੱਲ ਫਰੇਬ ਨਾ ਕਰੋ। ਇਤਿਹਾਸ ਵਿੱਚ ਲਿਖਿਆ ਇਸੇ ਕਥਾ 'ਚ, ਐਵੇਂ ਬੁਲਾਓ ਨਾ ਕਰੋ ਮੈਨੂੰ, ਭਾਵ ਐਵੇਂ ਲਾਰੇ ਨਾ ਲਾਓ, ਤੁਸੀਂ ਮੈਨੂੰ ਲੈ ਕੇ ਚੱਲੋ, ਮੈਂ ਦਰਸ਼ਨ ਕਰਨੇ ਆ। ਨਹੀਂ ਰਹਿੰਦਾ ਨਾ, ਚੰਗਾ ਨੇਤਰ ਬੰਦ ਕਰ, ਰਬਾਬ ਵਜਾ। ਤਾਂ ਉਸ ਵੇਲੇ ਮਰਦਾਨੇ ਨੇ ਰਬਾਬ ਵਜਾਈ ਤੇ ਪਾਤਸ਼ਾਹ ਜੀ ਨੇ ਇੱਕ ਸ਼ਬਦ ਸ਼ੁਰੂ ਕੀਤਾ, ਸੋਈ ਚੰਦ ਚੜ੍ਹੈ ਸੇ ਤਾਰੇ ਸੋਈ ਦਿਨੇ ਤਪਤ ਰਹਿ। ਇਹ 14 ਲੋਕਾਂ ਦਾ ਸ਼ਬਦ ਉਚਾਰਨਾ ਸ਼ੁਰੂ ਕੀਤਾ ਤੇ ਇਹ ਸ਼ਬਦ ਉਚਾਰਦੇ ਹੋਏ ਜਦ ਪੂਰਾ ਹੋਇਆ ਨਾ ਤੇ ਪਾਤਸ਼ਾਹ ਨੇ ਸੀਸ ਨਵਾਏ ਤੇ ਮਰਦਾਨੇ ਨੇ ਵੀ ਸੀਸ ਨਵਾਇਆ। ਰੋਜ਼ਾਨਾ ਦੀ ਤਰ੍ਹਾਂ ਸ਼ਬਦ ਪੂਰਾ ਹੋਣ ਤੇ ਆਪਾਂ ਵੀ ਮੱਥਾ ਟੇਕਦੇ ਹਾਂ।
ਜੇ ਅਸੀਸ ਨਵਾ ਕੇ ਨੇਤਰ ਖੋਲੇ ਮਰਦਾਨਿਆਂ ਵੇਖ ਤਾਂ ਉਹ ਕੀ ਹੈ ਸਾਹਮਣੇ। ਕਹਿੰਦੇ ਜੀ ਉਹ ਤਾਂ ਮੱਕੇ ਦੇ ਬੁਰਜ ਲੱਗਦੇ ਆ। ਕਹੋ ਸਤਨਾਮ। ਅੱਛਾ, ਪਹੁੰਚ ਗਏ ਫਿਰ ਤਾਂ ਮੱਕੇ ਆਪਾਂ। ਮਤਲਬ ਉਸੇ ਦਿਨ ਹੀ ਕੁਝ ਸਮੇਂ ਬਾਅਦ ਮੱਕੇ 'ਚ ਬੈਠੇ ਨੇ। ਜਿਹੜਾ ਜਹਾਜ਼ ਤੁਰਿਆ ਸੀ ਉਹ ਸਾਲ ਬਾਅਦ ਪਹੁੰਚਿਆ। ਇਹ ਜਹਾਜ਼ ਨੂੰ 1 ਸਾਲ ਲੱਗਦਾ ਮੱਕੇ ਜਾਣ 'ਤੇ। ਕਹੋ ਸਤਨਾਮ। ਹੁਣ ਤਾਂ ਜਹਾਜ਼ ਜਾਂਦੇ ਨੇ ਫਟਾਫਟ ਛੂਹਦੇ ਨੇ। ਜਿਹੜਾ ਥੱਲੇ ਜਾਂਦਾ ਹੈ ਸਮੁੰਦਰੀ ਬੇੜਾ ਉਹ ਹੌਲੀ ਹੌਲੀ ਜਾਂਦਾ ਸੀਗਾ। ਅਤੇ ਜਦੋਂ ਇਹ ਸਾਲ ਬਾਅਦ ਪਹੁੰਚੇ ਅਤੇ ਬਾਬੇ ਨੇ ਤਾਂ ਉੱਥੇ ਜਾ ਕੇ ਸਾਰਾ ਮੱਕਾ ਮਦੀਨਾ ਜਿੱਤ ਲਿਆ ਸੀ 1 ਸਾਲ ਦੇ ਵਿੱਚ। ਤਾਂ ਕਹੋ ਸਤਨਾਮ। ਫਿਰ ਇਹ ਜਿਹੜੇ ਜਹਾਜ਼ ਵਾਲੇ ਯਾਤਰੂ ਸੀ ਇਹ ਵੀ ਜਾ ਕੇ ਪੈਰੀ ਪਏ। ਤਾਂ ਇਸੇ ਤਰ੍ਹਾਂ ਹੀ ਜਦੋਂ ਇਹ ਮਾਹੀ ਨੂੰ ਆਉਂਦਾ ਵੇਖਿਆ ਉਸ ਮਨੁੱਖ ਨੇ ਦਰਖਤ 'ਤੇ ਚੜ੍ਹ ਕੇ ਟਾਹਲੀ 'ਤੇ ਚੜ੍ਹ ਕੇ ਹੈਰਾਨ ਹੋਇਆ। ਕਹਿਣਾ ਜੀ ਆ ਰਿਹਾ ਹੈ। ਤੇ ਜਿਸ ਵੇਲੇ ਇਹ ਮਾਹੀ ਇਹਨਾਂ ਦੇ ਕੋਲ ਆ ਗਏ ਟਾਹਲੀ ਥੱਲੇ, ਸਾਰੇ ਜਿੰਨੇ ਲੋਕ ਬੈਠੇ ਸੀ ਹੈਰਾਨ ਹੋ ਗਏ ਵੀ ਇਹ ਮਾਹੀ ਕਿਤੋਂ ਰਾਹ 'ਚੋਂ ਮੁੜਿਆ ਆ ਕਿ ਧੁਰ ਜਾ ਕੇ ਵੀ ਆਇਆ। ਔਰ ਗੁਰੂ ਪਿਆਰਿਓ ਉਹ ਮਨੁੱਖ ਜਿਹੜਾ ਟਾਹਲੀ 'ਤੇ ਚੜ੍ਹ ਕੇ ਵੇਖਦਾ ਸੀ ਥੱਲੇ ਉਤਰਿਆ। ਔਰ ਲੋਕ ਹੈਰਾਨ ਹੈ ਵੀ ਯਾਰ ਲੱਗਦਾ ਹੈ ਅੱਧ ਵਿਚਾਲਿਓ ਮੁੜਿਆ ਆ। ਵੀ ਕੋ ਰਾਹ 'ਚੋਂ ਮੁੜਿਆ ਲੱਗਦਾ ਹੈ। ਪਰ ਨਹੀਂ, ਇਹ ਮਾਹੀ ਅੱਧ 'ਚੋਂ ਨਹੀਂ ਮੁੜ ਕੇ ਆਇਆ। ਗੁਰੂ ਸਾਹਿਬ ਨੇ ਆਪਣੀ ਕਰਾਮਾਤੀ ਸ਼ਕਤੀ ਨਾਲ ਮਾਹੀ ਨੂੰ ਪਹੁੰਚਾਇਆ। ਭਾਵੇਂ ਜਾਣਦੇ ਸਭ ਹੈ, ਇਹ ਵੀ ਪਤਾ ਹੈ ਮਾਂ ਕਿੱਧਰ ਨੂੰ ਗਈ ਹੈ, ਪੁੱਤਰ ਕਿੱਧਰ ਨੂੰ ਗਏ ਆ, ਸਭ ਜਾਣਦੇ ਹੈ। ਪਰ ਸਾਨੂੰ ਦੱਸਣ ਵਾਸਤੇ, ਇਹ ਇਤਿਹਾਸ ਲਿਖਣ ਵਾਸਤੇ ਮਾਹੀ ਦੇ ਮੁੱਖੋਂ ਕਹਾਉਣਾ ਚਾਹੁੰਦੇ ਆ। ਕਹੋ ਸਤਨਾਮ। ਅਣਜਾਣ ਤਾਂ ਹੈ ਨਹੀਂ, ਉਹ ਪਤਾ ਹੀ ਹੈ। ਇਸ ਕਰਕੇ ਗੁਰੂ ਪਿਆਰਿਓ ਸਤਿਗੁਰਾਂ ਨੇ ਇੱਥੇ ਕੌਤਕ ਕੀਤਾ ਇਤਿਹਾਸ ਬਣਾਉਣ ਵਾਸਤੇ। ਇੱਕ ਮਾਹੀ ਨੂੰ ਕਰਾਮਾਤੀ ਸ਼ਕਤੀ ਨਾਲ ਪਹੁੰਚਾਇਆ ਤੇ ਮਾਹੀ ਉੱਥੋਂ ਖਬਰ ਲੈ ਕੇ ਆਇਆ ਜੀ। ਇਤਨੀ ਉਹ ਮਾਹੀ ਜਿਹੜਾ ਹੈ ਕਰਕੇ ਨਮਸਕਾਰ ਸਤਿਗੁਰਾਂ ਦੀ ਹਜ਼ੂਰੀ ਵਿੱਚ ਬਹਿ ਗਿਆ ਜੀ। ਔਰ ਫਿਰ ਪ੍ਰੀਤਮ ਜੀ ਕਹਿਣ ਲੱਗੇ, ਹਾਂ ਬਈ ਮਾਹੀ ਕੀ ਵੇਖ ਕੇ ਆਇਆ ਸਰਹੰਦ 'ਚ ਤੋਂ? ਔਰ ਨਾਲੇ ਕਹਿੰਦੇ ਮਾਹੀ ਰੋਣ ਲੱਗਿਆ। ਪਹਿਲਾਂ ਤਾਂ ਹੌਕੇ ਭਰ ਭਰ ਕੇ ਜਦੋਂ ਪਤਾ ਲੱਗਿਆ ਵੀ ਕਿਵੇਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ। ਇੱਧਰ ਵੱਡੇ ਸਾਹਿਬਜ਼ਾਦੇ ਜੰਗ ਵਿੱਚ ਸ਼ਹੀਦ ਹੋਏ ਸੀ ਅਤੇ ਉੱਧਰ ਛੋਟੇ ਸਾਹਿਬਜ਼ਾਦੇ ਗੁਰੂ ਪਿਆਰਿਓ ਹੌਲੀ ਹੌਲੀ ਇਹ ਗੰਗੂ ਦੇ ਰਾਹੀਂ ਜਿਹੜੇ ਸਨ ਪਹੁੰਚ ਗਏ ਸੀ ਇਹਨਾਂ ਦੁਸ਼ਟਾਂ ਦੇ ਹੱਥ। ਉਹ ਸਾਖੀ ਅਲੱਗ ਹੈ, ਕਦੇ ਫੇਰ ਸਰਵਣ ਕਰਾਂਗੇ। ਇੱਥੋਂ ਮਾਹੀ ਵੀ ਦੱਸੇਗਾ ਸ਼ਾਇਦ। ਇਸ ਤਰ੍ਹਾਂ ਕਰਦਿਆਂ ਹੋਇਆਂ ਕਹਿਣ ਲੱਗਿਆ ਜੀ ਦੋਨੇ ਸਾਹਿਬਜ਼ਾਦੇ ਮਹਾਮਲੇਸ਼ਨ ਮਲੇਸ਼ਾਂ ਨੇ ਮਾਰ ਦਿੱਤੇ ਹਨ ਮਹਾਰਾਜ ਕਰ ਦੀਰਘ ਬਾਦੇ। ਉਹਨਾਂ ਨੂੰ ਬੰਨ ਕਰਕੇ ਭਾਵ ਉਹਨਾਂ ਨੂੰ ਇਹਨਾਂ ਝਗੜਾਲੂ ਲੋਕਾਂ ਨੇ ਸ਼ਹੀਦ ਕਰ ਦਿੱਤਾ ਜੀ। ਰਾਏ ਕੱਲਾ ਕਹਿਣ ਲੱਗਿਆ, ਗੁਰੂ ਜੀ ਜਦੋਂ ਤੁਹਾਡੇ ਤੋਂ ਵਿਛੜ ਗਏ ਸਨ ਔਰ ਜਦੋਂ ਮਹਾਰਾਜ ਜੀ ਕੋਲੋਂ ਵਿਛੜ ਗਏ ਰਾਏ ਕੱਲਾ ਤੂੰ ਕੀ ਕੁਝ ਸੁਣ ਕੇ ਆਇਆ? ਸਾਰੀ ਗੱਲ ਦੱਸਣੀ ਕਰ ਖੋਲ ਕੇ। ਸ਼ੌਰ ਹੁੰਦਾ ਸਿਰੇ ਤੋਂ, ਸਰਬ ਸ਼ੌਰ ਤੇ ਭਾਵ ਸਿਰੇ ਤੋਂ ਲੈ ਕੇ ਅਖੀਰ ਤੱਕ ਜਿੰਨੀ ਗੱਲ ਸਮਝ ਕੇ ਆਇਆ ਦੱਸਣੀ ਕਰੋ ਜੀ। ਤੇਰੇ ਕੋਲੋਂ ਸਾਰੀ ਗੱਲ ਪੁੱਛਣ ਵਾਸਤੇ ਪਾਤਸ਼ਾਹ ਸਵੇਰ ਦੇ ਇੱਥੇ ਬੈਠੇ ਉਡੀਕ ਰਹੇ ਹਨ। ਤਾਂ ਮਾਹੀ ਫਿਰ ਸਾਰੀਆਂ ਸੰਗਤਾਂ ਨੂੰ ਦੱਸਣ ਲੱਗਿਆ ਜੀ। ਮਹਾਰਾਜ ਜੀ ਜਦੋਂ ਤੁਹਾਡੇ ਕੋਲੋਂ ਇਹ ਦੋਨੇ ਸਾਹਿਬਜ਼ਾਦੇ ਤੇ ਮਾਤਾ ਜੀ ਵਿਛੜ ਗਏ ਤੇ ਅੱਗੋਂ ਇਹਨਾਂ ਨੂੰ ਕੋਈ ਬਾਹਮਣ ਮਿਲਿਆ ਤੇ ਉਸ ਬ੍ਰਾਹਮਣ ਨੇ ਮਾਤਾ ਦੇ ਨਾਲ ਛਲ ਕੀਤਾ ਹੈ, ਉਹਨਾਂ ਨੂੰ ਆਪਣੇ ਨਾਲ ਲੈ ਗਿਆ ਆਪਣੇ ਗ੍ਰਾਮ ਕੇ ਤਾਰਾ ਲੋਭ ਵਿਸਾਲਾ। ਔਰ ਪਾਤਸ਼ਾਹ ਪਤਾ ਨਹੀਂ ਉਹਨੂੰ ਕੋਈ ਲਾਲਚ ਹੋ ਗਿਆ ਤੇ ਮਾਤਾ ਜੀ ਨੂੰ ਆਪਣੇ ਪਿੰਡ ਲੈ ਗਿਆ ਜਿਹਨੂੰ ਸਹੇੜੀ ਕਹਿੰਦੇ ਹਨ। ਖੇੜੀ ਸਹੇੜੀ ਕਹਿੰਦੇ ਆ, ਭਾਵ ਸਹੇੜੀ ਮਾਤਾ ਜੀ ਉੱਥੇ ਗਏ ਤਾਂ ਇਹ ਘਟਨਾ ਘਟੀ।
ਤਾਂ ਉਸ ਦਾ ਪਿੰਡ ਦਾ ਨਾਮ ਖੇੜੀ ਸੀ। ਮਹਾਰਾਜ ਉਹ ਗੰਗੂ ਬ੍ਰਾਹਮਣ ਜਿਹੜਾ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਲੈ ਗਿਆ ਹੈ ਜੀ। ਇੱਕ ਖੱਚਰ ਇੱਕ ਦਾਸਤ ਹੈ ਦੀਨ ਨਾਰ ਲਾਦੇ। ਔਰ ਮਾਤਾ ਜੀ ਦੇ ਕੋਲ ਕੁਝ ਦੀਨਾਰਨ ਮੋਹਰਾਂ ਸਨ। ਪੇਪਰ ਉਤਾਰੇ ਹੈ ਸਦਨ ਮੈਂ ਸਭ ਵਸਤ ਉਚਾਰੇ। ਔਰ ਉਸ ਬ੍ਰਾਹਮਣ ਨੇ ਮਾਤਾ ਜੀ ਹੋਰਾਂ ਨੂੰ ਆਪਣੇ ਘਰ ਉਤਾਰਾ ਦਿੱਤਾ ਹੈ ਔਰ ਵਸਤੂਆਂ ਜਿਹੜੀਆਂ ਹੈ ਉਹ ਰੱਖ ਦਿੱਤੀਆਂ ਜੀ। ਰਾਮ ਨਾਮ ਖੇੜੇ ਹੋਤਾ ਜਿਤ ਅਦਮ ਉਪਚਾਰੀ। ਇਹ ਬਾਹਮਣ ਅਦਮ ਬੜਾ ਪਾਪੀ ਸੀ, ਕੁਚਾਰੀ ਮਾੜੀ ਚਾਲ ਚੱਲਣ ਵਾਲਾ ਆਪਣੇ ਪਿੰਡ ਖੇੜੀ ਲੈ ਗਿਆ। ਸਕ ਮਸੰਦੀ ਭੀ ਕਰੀ ਇਸ ਹੇਤ ਚਨਾਰੀ। ਮਹਾਰਾਜ ਦੱਸਿਆ ਉੱਥੋਂ ਕਿਸੇ ਨੇ ਤੁਹਾਡੇ ਘਰ ਦੇ ਵਿੱਚ ਕਿਸੇ ਵੇਲੇ ਮਸੰਦਗੀ ਭਾਵ ਸੇਵਾਦਾਰ ਵੀ ਸੀਗਾ। ਮਸੰਦ ਦਾ ਨਾਮ ਚੰਗਾ ਹੁੰਦਾ ਸੀਗਾ। ਮਸੰਦ ਦਾ ਅਰਥ ਹੈ ਗੁਰੂ ਘਰ ਦੀ ਆ ਦੇਹਰੀ ਹੈ ਜਿਹਨੂੰ ਇਹਨੂੰ ਮਸਦ ਕਹਿੰਦੇ ਆ। ਤਾਂ ਜਿਹੜਾ ਇਸ ਮਸਨਦ ਦੇ ਨਾਲ ਜੁੜਿਆ ਹੋਇਆ ਪੱਕਾ ਉਸ ਨੂੰ ਮਸੰਦ ਕਹਿੰਦੇ ਸੀ। ਭਾਵ ਅਸੀਂ ਅੱਜ ਸੇਵਾਦਾਰ ਕਹਿੰਦੇ ਆ, ਉਦੋਂ ਮਸੰਦ ਕਿਹਾ ਕਰਦੇ ਸੀ। ਮਸੰਦ ਦਾ ਕੰਮ ਹੁੰਦਾ ਸੀ ਇਲਾਕੇ ਵਿੱਚ ਪ੍ਰਚਾਰ ਕਰਨਾ ਤੇ ਲੋਕਾਂ ਨੂੰ ਪ੍ਰੇਰ ਕੇ ਗੁਰੂ ਨਾਲ ਜੋੜਨਾ। ਇਸ ਕਰਕੇ ਇਹਨੇ ਕਹਿੰਦੇ ਦੱਸਦੇ ਆ ਕੁਝ ਗੁਰੂ ਘਰ ਦੀ ਸੇਵਾ ਮਸੰਦਗੀ ਵੀ ਕੀਤੇ ਸੀ। ਕਹਿ ਲੈ ਗਿਆ ਤਨ ਸੰਗ ਨਿਹਾਰੀ। ਇਹ ਦੱਸਦੇ ਆ ਜਦੋਂ ਇਹਨੂੰ ਪਤਾ ਲੱਗਿਆ ਨਾ ਕਿ ਮਾਤਾ ਕੋਲੇ ਸੋਨੇ ਦੀਆਂ ਮੋਹਰਾਂ ਵੀ ਹਨ, ਲਾਲਚ ਵਿੱਚ ਆ ਕੇ ਮਾਤਾ ਜੀ ਨੂੰ ਮਿੱਠੇ ਮਿੱਠੇ ਬੋਲਦਿਆਂ ਹੋਇਆਂ ਆਪਣੇ ਘਰ ਲੈ ਗਿਆ ਜੀ। ਖੱਚਰ ਪਾਰ ਖੁਰਜੀ ਤਾਂ ਕੀ ਦੀਨਾਰਨ ਕੇਰੀ। ਜਦੋਂ ਇਸ ਨੇ ਕਹਿੰਦੇ ਇਹ ਖੱਚਰ ਦੇ ਉੱਪਰ ਖੁਰਜੀ ਵਿੱਚ ਮੋਹਰਾਂ ਦੇਖੀਆਂ, ਵਿਸਰਾਮੇ ਬਹੁਤ ਤਖਤ ਪੈ ਚਲ ਥਾ ਬਾਠ ਵਡੇਰੀ। ਔਰ ਇਸ ਤਰ੍ਹਾਂ ਸਾਹਿਬਜ਼ਾਦੇ ਬਹੁਤ ਪੈਂਡਾ ਕਰਕੇ ਆਏ ਹੋਣ ਕੇ ਤੇ ਥੱਕ ਗਏ ਸਨ। ਇਸ ਕਰਕੇ ਉਹ ਆਰਾਮ ਕਰਨ ਲੱਗੇ, ਪਲੰਗੇ ਡਾਹ ਦਿੱਤੇ ਔਰ ਉਹਨਾਂ ਨੂੰ ਆਰਾਮ ਕਰਨ ਵਾਸਤੇ ਪਾ ਦਿੱਤਾ। ਮਾਤਾ ਜੀ ਵੀ ਪੈ ਗਏ ਔਰ ਇਸ ਵੇਲੇ ਇਹਨੇ ਆਪਣੀ ਮਾਂ ਨੂੰ ਦੱਸਦੇ ਆ, ਗੰਗੂ ਨੇ ਆਪਣੀ ਮਾਂ ਨੂੰ ਕਿਹਾ ਮਾਤਾ ਇਹਨਾਂ ਕੋਲੇ ਪੈਸੇ ਬਹੁਤ ਆ ਤੇ ਆਪਾਂ ਉਹ ਪੈਸੇ ਰੱਖ ਲਵਾਂਗੇ, ਅਮੀਰ ਹੋ ਜਾਾਂਗੇ ਤੇ ਤੂੰ ਇਹਨਾਂ ਦੀਆਂ ਰੋਟੀਆਂ ਵੀ ਜ਼ਹਿਰ ਪਾ ਦੇ। ਕਹੋ ਸਤਨਾਮ ਸੀ। ਤੇ ਇਹਦੀ ਮਾਂ ਕਹਿਣ ਲੱਗੀ ਮੂਰਖ ਹੈ ਤੂੰ, ਗੁਰੂ ਘਰ ਦਾ ਖਾ ਕੇ ਨੂਨ ਹਰਾਮ ਕਰਨਾ, ਸਾਡੇ ਨਾਮ ਨੂੰ ਵੀ ਲਾਜ ਲਾਉਣਾ, ਇਹੋ ਜਿਹਾ ਕੰਮ ਬਿਲਕੁਲ ਨਹੀਂ ਕਰਨਾ। ਤਾਂ ਉਸ ਵੇਲੇ ਇਹ ਫਿਰ ਹੋਰ ਬਿਉਂਤ ਬਣਾਉਣ ਲੱਗਿਆ। ਉਹ ਜਿਹੜੀ ਮਾਇਆ ਦੀ ਥੈਲੀ ਸੀ ਉਹ ਉਸਨੇ ਮਾਤਾ ਜੀ ਨੇ ਆਪਣੇ ਸਿਰਹਾਣੇ ਕੋਲੇ ਮੰਜੇ ਕੋਲ ਰੱਖ ਦਿੱਤੀ ਆ। ਸਾਹਿਬਜ਼ਾਦਿਆਂ ਨੂੰ ਕਹਿੰਦੇ ਨੀਂਦ ਆ ਗਈ। ਹੁਣ ਮਾਤਾ ਜੀ ਨੂੰ ਕਿੱਥੇ ਗੁਰੂ ਪਿਆਰਿਓ ਨੀਂਦ ਆਵੇ, ਉਹ ਪਏ ਹਨ ਤੇ ਔਰ ਆਖ ਬਚਾਏ ਉਠਾਏ ਕਰ ਲੈ ਕੇ ਕਰ ਮਾਹੀ। ਔਰ ਇਸ ਨੇ ਉਹ ਮਾਇਆ ਦੀ ਥੈਲੀ ਜਿਹੜੀ ਸੀ ਅੱਖ ਬਚਾ ਕੇ ਚੱਕ ਲਈ ਹੈ ਤੇ ਘਰ ਵਿੱਚ ਕਿਧਰੇ ਦੱਬ ਦਿੱਤੇ ਜੀ। ਦਾਬੀ ਅਵਨੀ ਕੇ ਬਿਖੈ ਜਿਮ ਜਾਣਹਿ ਨਾਹੀ। ਔਰ ਇਸ ਤਰ੍ਹਾਂ ਛੁਪਾ ਦਿੱਤੀ ਹੈ ਕਿ ਕਿਸੇ ਨੂੰ ਪਤਾ ਨਾ ਲੱਗੇ। ਕਬੀਰ ਮੈਂ ਆਣ ਕਰ ਬੋਲੋ ਜਿਤ ਪਾਪੀ। ਔਰ ਥੋੜੀ ਦੇਰ ਬਾਅਦ ਇਹ ਕਹਿੰਦਾ ਮਾਤਾ ਜੀ ਲੋਕ ਗ੍ਰਾਮ ਕੇ ਚੋਰ ਹੈ ਸੁਚਿੱਤੇ ਰਖ ਆਪੇ। ਸੁਚੇਤ ਰਹੋ ਮਾਤਾ ਜੀ, ਇੱਥੇ ਚੋਰ ਵੀ ਬਹੁਤ ਰਹਿੰਦੇ ਐ। ਇਹ ਵੀ ਲਿਖਦੇ ਆ ਇਤਿਹਾਸ ਵਿੱਚ ਕਿ ਮਾਤਾ ਜੀ ਨੂੰ ਪਤਾ ਤਾਂ ਲੱਗ ਗਿਆ ਤੇ ਮਾਤਾ ਜੀ ਕਹਿਣ ਲੱਗੇ ਪੁੱਤਰ ਗੰਗੂ ਤੂੰ ਆ ਮੋਹਰਾਂ ਸਾਂਭ ਦਿੱਤੀਆਂ, ਚੱਲ ਚੰਗਾ ਕੋਈ ਗੱਲ ਨਹੀਂ। ਤੇ ਉਲਟਾ ਗੱਲ ਪੈ ਗਿਆ। ਕੀ ਆਖਿਆ? ਮੈਂ ਕੋਈ ਮੋਹਰਾਂ ਨਹੀਂ ਚੱਕੀਆਂ। ਮਾਤਾ ਨੇ ਵੇਖ ਹੀ ਲਿਆ ਸੀਗਾ ਪਰ ਇਹ ਮੁੱਕਰ ਗਿਆ ਤੇ ਮੁੱਕਰਿਆ ਹੀ ਨਹੀਂ, ਉੱਚੀ ਉੱਚੀ ਰੌਲਾ ਪਾਉਣ ਲੱਗਿਆ ਚੰਗਾ ਸੇਵਾ ਦਾ ਫਲ ਦਿੰਦੇ ਹੋ, ਮੈਂ ਤੁਹਾਨੂੰ ਸੰਭਾਲਿਆ, ਔਖੇ ਵੇਲੇ ਘਰੇ ਲਿਆ ਕੇ ਆਰਾਮ ਕਰਵਾਇਆ, ਦੁਸ਼ਟਾਂ ਤੋਂ ਤੁਰਕਾਂ ਤੋਂ ਬਚਾ ਕੇ ਲੁਕੋ ਕੇ ਲਿਆਂਦਾ ਤੁਹਾਨੂੰ ਤੇ ਤੁਸੀਂ ਮੇਰੇ ਨਾਂ ਚੋਰੀ ਲਾਉਣੇ ਹੋ। ਮੈਂ ਤੜਕੇ ਹੀ ਤੁਹਾਨੂੰ ਜਿਹੜਾ ਹੈ ਪੁਲਿਸ ਦੇ ਕੋਲ ਫੜਾ ਦੇਵਾਂਗਾ। ਸੰਭਾਰੋ ਆਪਣੀ ਮੈਂ ਬਾਖ ਸੁਣਾਵੋ। ਬਲਕਿ ਮਾਤਾ ਨੂੰ ਕਹਿੰਦਾ ਤੁਸੀਂ ਆਪਣੀਆਂ ਵਸਤੂਆਂ ਸੰਭਾਲ ਕੇ ਰੱਖੋ। ਦੋਸ਼ ਨ ਦੀਜੈ ਮੋਹੇ ਕੋ ਸਾ ਭੇਦ ਬਤਾਵ। ਐਸਾ ਨਾ ਹੋਵੇ ਤੜਕੇ ਮੈਨੂੰ ਪੁੱਛੀ ਜਾਓ ਮੋਹਰਾ ਕਿੱਥੇ ਆ ਗੰਗੂ। ਦਾਸ ਗਿਆ ਥਾਰ ਬਹਿਰ ਕੋ ਸੋ ਤਿਸ ਛਿਨ ਆਇਓ। ਇਸ ਤਰ੍ਹਾਂ ਗੁਰੂ ਪਿਆਰਿਓ ਕਹਿੰਦੇ ਉਹ ਮਨੁੱਖ ਜਿਹੜਾ ਕੋਈ ਹੋਰ ਸੀ ਉਹਨੂੰ ਵੀ ਪਤਾ ਨਹੀਂ ਲੱਗਿਆ।
ਤਿਮਰ ਪਏ ਤੇ ਬਸਤਾ ਸਭ ਸੰਭਾਰਨ ਲਾਇਓ। ਔਰ ਮਾਤਾ ਨੇ ਉਸ ਨੂੰ ਕਿਹਾ, ਪੁੱਤਾ ਸਾਰਾ ਸਮਾਨ ਸੰਭਾਲ ਦੇ। ਤਵਹਿ ਦਾਸ ਕੈ ਮਾਤ ਕਾ ਖੁਰਜੀ ਵਿੱਚ ਨਾਹੀ। ਤੇ ਉਹ ਸੇਵਕ ਕੋਈ ਨਾਲ ਲਿਖਿਆ ਇਤਿਹਾਸ ਵਿੱਚ ਸੀਗਾ, ਉਹ ਕਹਿਣ ਲੱਗਿਆ, ਮਾਤਾ ਜੀ ਇਹਦੇ ਵਿੱਚ ਖੁਰਜੀ ਹੈ ਨਹੀਂ, ਪੈਸਿਆਂ ਵਾਲੀ ਥੈਲੀ ਹੈ ਨਹੀਂ, ਵਸਤਰ ਆ ਸਭ ਹੈ ਧਰੇ ਮਾਤਾ ਸੁਨ ਪ੍ਰਹਾਰੀ। ਔਰ ਸਾਰਾ ਬਾਕੀ ਸਮਾਨ ਤਾਂ ਹੈਗਾ। ਜਿਜ ਕਰ ਮੈਂ ਕੋ ਅਪਰਨ ਹਮ ਹੈ ਕੋ ਸੋ। ਔਰ ਇੱਥੇ ਕਹਿੰਦੀ ਹੋਰ ਤਾਂ ਕੋਈ ਆਇਆ ਨਹੀਂ, ਆਪਾਂ ਹੀ ਆ ਚਾਰੇ ਤਿੰਨੇ ਜਣੇ। ਧਰੇ ਹੋਏਗੇ ਬੋਝ ਤੈ ਅੰਤਰ ਕਿਤ ਹੋ। ਉਹਨੇ ਗੰਗੂ ਨੇ ਸੰਭਾਲਤੀ ਹੋਣੀ ਆ ਕਿਤੇ। ਸੁਣ ਕੈ ਬੂਝੋ ਦਾਦਿਜ ਖੁਰਜੀ ਤੈ ਲੀਨੀ। ਗੰਗੂ ਨੂੰ ਪੁੱਛਿਆ ਵੀ ਪੁੱਤ ਤੂੰ ਆ ਖੁਰਜੀ ਮੋਹਰਾਂ ਵਾਲੀ ਥੈਲੀ ਸੰਭਾਲ ਦਿੱਤੀ ਆ। ਹੇਤ ਸੰਭਾਰਨ ਕੇ ਧਰੇ ਅੰਤਰਗਤ ਕੀਨੀ। ਚਲ ਚੰਗਾ ਹੋ ਗਿਆ ਜੇ ਸੰਭਾਲਤੀ ਤਾਂ। ਸੁਨਤਾ ਦਜਾਤਾ ਮਾ ਕੋ ਮਤਾ ਮਨ ਉੱਚੇ ਤਨ ਭਾਖੇ। ਇਹ ਬਾਹਮਣ ਗੰਗੂ ਉੱਚੀ ਉੱਚੀ ਰੌਲਾ ਪਾਉਣ ਲੱਗਿਆ, ਇਹ ਮੁਝ ਕੋ ਗੰਤਮ ਕਰਿਓ ਮਰਤੇ ਮੈਂ ਰਾਖੇ। ਮੈਂ ਤੁਹਾਨੂੰ ਦੁਖੀ ਹੁੰਦਿਆਂ ਨੂੰ ਬਚਾ ਕੇ ਘਰੇ ਲਿਆਇਆ ਤੇ ਤੁਸੀਂ ਮੈਨੂੰ ਇਹ ਗੁਣ ਕਰਦੇ ਹੋ। ਪਾਤਸ਼ਾਹੀ ਨਵ ਰੰਗ ਕੀ ਨਹਿ ਦੋਸਨ ਲਾਵੋ। ਐਵੇਂ ਮੇਰੇ ਤੇ ਚੋਰੀ ਦਾ ਦੂਸ਼ਣ ਨਾ ਲਾਓ। ਆਨ ਰਹੇਂਗੇ ਤਰਤ ਹੀ ਮੁਝ ਚੋਰ ਬਣਾਵੋ। ਜੇ ਤੁਸੀਂ ਮੈਨੂੰ ਚੋਰ ਕਹੋਗੇ ਤਾਂ ਤੜਕੇ ਤੁਹਾਨੂੰ ਫੜ ਕੇ ਲੈ ਜਾਣਗੇ। ਕਿਆ ਫਲ ਆਗੇ ਕਰੋਗੇ ਮੈਂ ਜੇ ਤਹਾ ਬਚਾਏ। ਮੈਂ ਤੁਹਾਨੂੰ ਜਿਉਂਦੇ ਬਚਾ ਕੇ ਲਿਆਂਦਾ। ਮੁਝ ਕੋ ਇਤਬਾਰ ਨੈ ਨਿਕਸਾਹ ਉਤਲਾਏ। ਕਹਿੰਦੇ ਥੈਲੀ ਤਾਂ ਸਾਂ ਵੀ ਲਈ ਐ, ਬਲਕਿ ਕਹਿੰਦਾ ਮੈਨੂੰ ਤੁਹਾਡੇ ਤੇ ਹੁਣ ਭਰੋਸਾ ਨਹੀਂ, ਤੜਕੇ ਨੂੰ ਤੁਸੀਂ ਕੀ ਕਰੋ, ਤੁਸੀਂ ਨਿਕਲੋ ਇੱਥੋਂ। ਇਹ ਏਦਾਂ ਦੀਆਂ ਗੱਲਾਂ ਕਰਦਾ। ਮਾਤਾ ਜੀ ਇਹਨੂੰ ਬੋਲਣ ਤੋਂ ਰੌਲਾ ਪਾਉਣ ਤੋਂ ਰੋਕਦੀ ਹੈ, ਕੋਈ ਗੱਲ ਨਹੀਂ, ਜੇ ਤੂੰ ਰੱਖ ਲਈ ਤਾਂ ਕੋਈ ਗੱਲ ਨਹੀਂ। ਤਾਂ ਗੁਰੂ ਪਿਆਰਿਓ, ਇਸ ਤਰ੍ਹਾਂ ਇਸ ਮਾਇਆ ਦੇ ਕਾਰਨ ਇਹ ਲਾਲਚੀ ਹੋ ਗਿਆ ਤੇ ਲਾਲਚੀ ਹੋ ਕਰਕੇ ਮਾਤਾ ਜੀ ਹੋਰਾਂ ਦੀ ਜਿਹੜੀ ਹੈ ਖਬਰ ਇਹ ਮੋਰਿੰਡੇ ਥਾਣੇ ਵਿੱਚ ਕਰ ਦਿੰਦਾ ਤੇ ਮੋਰਿੰਡੇ ਵਾਲੇ ਲੋਕ ਆਉਂਦੇ ਹੈ, ਕਿਸ ਤਰ੍ਹਾਂ ਸਾਹਿਬਜ਼ਾਦਿਆਂ ਮਾਤਾ ਨੂੰ ਫੜ ਕੇ ਲੈ ਜਾਂਦੇ ਹੈ। ਸਾਰੀ ਕਹਾਣੀ ਮਾਹੀ ਪਾਤਸ਼ਾਹ ਜੀ ਨੂੰ ਸੁਣਾ ਰਹੇ ਆ ਤੇ ਪਾਤਸ਼ਾਹ ਜੀ ਉਸੇ ਤਰ੍ਹਾਂ ਚੁੱਪ ਬੈਠ ਕੇ ਆਪ ਵੀ ਸੁਣਦੇ ਹੈ। ਸਾਰੀਆਂ ਸੰਗਤਾਂ ਵੀ ਸੁਣੀ ਜਾਂਦੀਆਂ। ਅੱਗੇ ਕੀ ਹੋਇਆ ਆਪਾਂ ਅਗਲੇ ਦੀਵਾਨਾਂ ਵੀ ਸਰਵਣ ਕਰਾਂਗੇ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੇ ਪੂਰਨ ਹੇ ਸਰਬ ਮੈਂ ਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕਾ। ਹੇ ਗੋਬਿੰਦ ਹੇ ਗੁਣ ਨਿਧਾਨ। ਸਦਾ ਬਵੇਕ। ਹੇ ਅਪਰੰਪਰ ਹਰ ਹਰੇ ਹੈ ਬਿਹੋਵਨ। ਹੇ ਸੰਤ ਕੈ ਸਦਾ ਸੰਗ। ਹੇ ਠਾਕੁਰ ਹੋਂ ਦਾਸਰੋ। ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮ ਦਾਨ। ਹੋਈਐ ਪਰੋਈ। ਆਏ ਪ੍ਰਭ ਸ਼ਰਨਾਗਤੀ। ਕਿਰਪਾ ਨਿਧ ਦਿਆਲਾ। ਏਕ ਅੱਖਰ ਹਰ ਮਨ ਬਸਤ। ਕਹੋਤ ਨਿਹਾਲਾ। ਏਕ ਓੰਕਾਰ ਸਤਿਗੁਰੂ। ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।